अस्सलाम वालेकुम, मैं हूं ज़ुबैर अमान। नाज़रीन, मुरीदके में 4 बच्चों के बाप की जली हुई लाश मिलती है। किसने कत्ल किया? किसने इतना बड़ा ज़ुल्म किया? किसने इससे गरीब इंसान को जलाया? तो आज उसी शबीर की जो बेवा है, वो मेरे साथ मौजूद हैं। आइए इनसे बात करते हैं और इनसे पूरा वाक़या जानते हैं। पहले तो इस दुःख में हम आपके साथ बराबर के शरीक हैं। किसने इतना बड़ा ज़ुल्म किया आपके ख़ावंद के साथ? ਤੇ ਮਾਮੇ ਦੇ ਬੇਟੇ, ਇੱਕ ਮਾਮੇ ਦਾ ਜਵਾਈ, ਇੱਕ ਮਾਮੇ ਦਾ ਬੇਟਾ, ਇੱਕ ਮਾਮੇ ਦਾ ਦੋਹਤਰਾ, ਸਾਰੇ ਹੀ ਆਪੀ ਚ ਹੀ ਨੇ ਜਿਨ੍ਹਾਂ ਨੇ ਕੀ। ये इतना बड़ा ज़ुल्म किया क्यों है उन्होंने? ਉਹਦੇ ਕੋਲ ਪੈਸੇ ਹਨ, ਪੈਸੇ ਮੰਗਦੇ ਹੋਣੇ ਨੇ, ਉਹ ਨਹੀਂ ਦਿੰਦਾ ਹੋਣਾ ਕਿ ਪੈਸੇ ਸਾਨੂੰ ਦੇ। ਗਰਾਹ ਚ ਲਾਹ ਜੂ ਲਿਆ ਹਨੇ ਧੋਖੇ ਨਾਲ, ਤੇ ਫਿਰ ਪੈਸੇ ਆਂਦੇ ਨੇ ਦੇ ਸਾਨੂੰ, ਤੇ ਨਹੀਂ ਦਿੱਤੇ ਕਿਤੇ ਹੱਥੀ ਪਏ ਹੋ ਗਏ, ਲੜ ਪੈਣੇ। ਉਹਨੇ ਆਖਿਆ ਮੈਂ ਨਹੀਂ ਦੇਣੇ, ਇਹਨਾਂ ਨੇ ਫੜ ਕੇ ਲੈ ਗਏ ਨੇ ਮਾਰ ਛੱਡਿਆ। इन्होंने आपके ख़ावंद को बुलाया या फिर कैसे वर्गलाया? ਆਪ ਉਹ ਤੇ ਫੈਕਟਰੀ ਚ ਬੁਲਾਇਆ ਹਨਾ, ਫੋਨ ਕਰਕੇ ਬੁਲਾਇਆ ਨੇ ਨਾ। ਫੈਕਟਰੀ ਚ ਫੋਨ ਕੀਤਾ ਨੇ ਕਿ ਆ ਸ਼ਬੀਰ ਆ ਆਪਣੇ ਪੈਸੇ ਲੈ ਜਾ। ਇਹਨੇ ਆਖਿਆ ਨਹੀਂ ਮੈਂ ਘਰ ਜਾਣਾ ਵੇ, ਤੇ ਆਖਣ ਲੱਗਾ ਨਹੀਂ ਇੱਥੇ ਜਾਂਦੇ ਫੜ ਕੇ ਲੈ ਜਾ। ਇਹਨੇ ਆਖਿਆ ਮੈਂ ਘਰ ਜਾਣਾ ਨਾ, ਨਹੀਂ ਚਲੋ ਉਤਰ ਆਇਆ। ਇਹਨੇ ਆਖਿਆ ਨੇ ਕਿ ਚਲੋ ਮੇਰਾ ਮਾਮੇ ਦਾ ਬੇਟਾ ਤੇ ਉਤਰ ਆਇਆ ਉਹਦੇ ਨਾਲ, ਬਸ ਉਹਨੂੰ ਨਾਲ ਲਿਜਾ ਕੇ ਤੇ ਆਪਣਾ ਅੱਲਾ ਜਾਣੇ ਕਿੱਥੇ ਖੜਿਆ ਨੇ ਤੇ ਕਿੱਥੇ ਨਹੀਂ, ਫਿਰ ਉਹਨਾਂ ਨੂੰ ਮਾਰ ਦਿੱਤਾ ਨੇ। फ़ोन किया किसने था? यूसुफ ने, यूसुफ क्या लगता है? मामे का बेटा, उन्हें फोन किया। आपको कब इत्तला मिली कि आपके ख़ावंद को मार दिया गया? ਉਹ ਤਲਾਹ ਮਿਲੀ ਸਾਨੂੰ, ਉਹਨੇ ਫੋਨ ਕੀਤਾ ਨਾ, ਮੈਂ ਘਰ ਆਣ ਡਿਆ। ਧੀ ਨੂੰ ਉਹਨੇ ਫੋਨ ਕੀਤਾ, ਬੇਟਾ ਮੈਂ ਘਰ ਆਣ ਡਿਆ, ਤੇ ਆਖਣ ਲੱਗੇ ਚਲੋ ਅੱਬੂ ਠੀਕ ਘਰ ਆਇਆ। ਮੁੜ ਕੇ ਧੀ ਨੂੰ ਫੋਨ ਕੀਤਾ ਤੇ ਉਹਨੇ ਆਖਿਆ ਅੱਬੂ ਆਇਆ ਨਹੀਂ ਤੂੰ। ਮੈਂ ਯੂਸਫ ਦੀ ਗੱਲ ਸੁਣ ਕੇ ਤੇ ਫੇਰ ਆਉਣਾ ਵਾ। ਉਹਨੇ ਆਖਿਆ ਯੂਸਫ ਕਿਹਾ, ਤੇ ਕੀ ਕਹਿਣਾ ਯੂਸਫ ਨੇ। ਮੈਂ ਧੀਏ ਬੰਦਿਆਂ 'ਚ ਬੈਠਾ ਮੈਂ ਯੂਸਫ ਕੋਲ, ਤੇ ਯੂਸਫ ਦੀ ਗੱਲ ਸੁਣ ਕੇ ਤੇ ਮੈਂ ਆ ਜਾਨਾ। ਮੁੜ ਕੇ ਅਸੀਂ ਥੋੜੀ ਕੁ ਦੇਰ ਬਾਅਦ ਫੋਨ ਕੀਤਾ, ਨੰਬਰ ਦਸਤੀ ਬੰਦ ਹੋ ਗਿਆ। ਮੁੜ ਕੇ ਸਾਨੂੰ ਪਤਾ ਹੀ ਨਹੀਂ ਚੱਲਿਆ ਫਿਰ ਕਿੱਥੇ ਲੈ ਗਏ ਤੇ ਕਿੱਥੇ ਨਹੀਂ। ਫਿਰ ਅਸੀਂ ਫੋਨ ਕਰਦੇ ਰਹੇ ਗਾ, ਹੈਗਾ ਚਲੋ ਹੁਣ ਅੱਜ ਕਰ ਦੇਗਾ ਕੱਲ ਕਰ ਦੇਗਾ। ਫਿਰ ਅਸੀਂ ਲੱਭਦੇ ਲੁੱਭਦੇ ਹੈਗਾ, ਫਿਰ ਇਹਦੇ ਕੋਲ ਆਏ ਯੂਸਫ ਕੋਲ। ਯੂਸਫ ਦੱਸ, ਯੂਸਫ ਆਂਦਾ ਵੇ ਕਿ ਮੈਨੂੰ ਪਤਾ ਨਹੀਂ, ਤੇ ਚਲੋ ਕਿ ਮੈਨੂੰ 4 ਦਿਨ ਦਿਓ ਤੇ ਮੈਂ ਲੱਭਣਾ ਵਾ। ਮੈਂ ਲੱਭ ਕੇ ਤੇ ਤੁਹਾਨੂੰ ਫੋਨ ਕਰ ਦਾਂਗਾ, ਤੇ ਫਿਰ ਆਪੇ ਪਤਾ ਚੱਲ ਜਾਏ। ਪੁਲਿਸ ਵਾਲਿਆਂ ਨੇ ਫੜਿਆ ਵੇ, ਕਿਤੇ ਥਾਣੇ ਫੜਿਆ ਵੇ, ਅਸੀਂ ਥਾਣਿਓਂ ਪਤਾ ਕਰਾਇਆ, ਫਲਾਣੇ ਥਾਣੇ ਮੈਂ ਕਿਹਾ ਜਦੋਂ ਕੀਤੀ ਨਹੀਂ ਕੋਈ ਚੰਗੀ ਨਹੀਂ ਮਾੜੀ, ਥਾਣੇ ਕਾਹਦੇ ਵਾਸਤੇ ਫੜ ਕੇ ਲੈ ਗਏ ਨੇ। ਠਾਣੇਦਾਰ ਕੋਈ ਆਖੇ ਹਾਂ 10-12 ਸਾਲ ਹੋ ਗਏ ਨੇ, ਕੋਈ ਇਹਨੂੰ ਥਾਣੇ ਕਿਸੇ ਛੁਡਾ ਕੇ ਲਿਆਂਦਾ ਜਾਂ ਥਾਣੇ ਗਿਆ ਵੇ। ਫਿਰ ਠਾਣੇਦਾਰ ਫੋਨ ਦੱਸਣ ਸਾਨੂੰ, ਤੇ ਠਾਣੇਦਾਰ ਕੋਲੋਂ ਪੈਸੇ ਲੈ ਕੇ ਤੇ ਉਹ ਤੇ ਪਰਚੇ ਪਾਈ ਜਾਣ ਤੇ 100 ਵਾਰ ਪਾਈ ਜਾਣ। ਪਰ ਅਸੀਂ ਉਹਦੇ ਯਾਰ 10-12 ਸਾਲ ਹੋ ਗਏ ਨੇ, ਕੋਈ ਇਹਨਾਂ ਦੇ ਪਰਚਾ ਹੋਵੇ, ਕੋਈ ਇਹਨੂੰ ਫੜਿਆ ਹੋਵੇ ਕਿਸੇ ਨੇ, ਚਲੋ ਥਾਣੇ ਟੁਰ ਜਾਂਦਾ ਸੀ। ਮਾਨਾ ਨੇ ਥਾਣੇ ਟੁਰ, ਥਾਣੇ ਵਾਲਿਆਂ ਨੇ ਮਾਰਨਾ ਤੇ ਨਹੀਂ ਸੀ, ਇੰਝ ਸਾੜਨਾ ਤੇ ਨਹੀਂ ਸੀ। ਮੇਰੀ ਸੱਸ ਨੇ, ਮੇਰੀ ਜਠਾਣੀ, ਉਹਨੇ ਮੈਨੂੰ ਫੋਨ ਕੀਤਾ ਕਿ ਉੱਥੇ ਫਲਾਣੀ ਥਾਂ ਤੇ ਲਾਸ਼ ਪਈ ਹੈ ਤੇ ਆਓ ਹਾਂ ਵੇਖ ਲਓ ਆਣ ਕੇ। ਅਸੀਂ ਉਹ ਮਿੰਟ ਨਹੀਂ ਲਾਇਆ, ਅਸੀਂ ਉਸੇ ਟਾਈਮ ਮੋਟਰਸਾਈਕਲ ਤੇ ਬੈਠੇ ਆ। ਸ਼ਾਮ ਦੀ ਜਾਣ ਸਾਨੂੰ ਉਹ ਰਾਹ ਚ ਹੋਈ, ਸ਼ਾਮ ਦੀ ਜਾਣ ਸਾਨੂੰ ਇੱਥੇ ਆਣ ਕੇ ਹੋਈ। ਅਸੀਂ ਕਾਲ ਕੀਤੀ ਪੁਲਿਸ ਵਾਲਿਆਂ ਨੂੰ, ਉਹਨਾਂ ਕਿਹਾ ਕਿ ਤੁਸੀਂ ਚਲੋ ਅੱਗੇ। ਮੈਂ ਕਿਹਾ ਅਸੀਂ ਅੱਗੇ ਇੰਝ ਨਹੀਂ ਜਾਣਾ, ਤੁਸੀਂ ਆਓਗੇ ਤੁਹਾਡੇ ਨਾਲ ਜਾਣਾ। ਉਹਨਾਂ ਦੇ ਨਾਲ ਗਏ ਆ, ਉੱਥੇ ਵੇਖਿਆ ਕਿਤੇ ਲੱਤ ਪਈ, ਕਿਤੇ ਐਡੀ ਕੁ ਬੋਟੀ ਪਈ, ਕਿਤੇ ਐਡੀ ਕੁ। ਮੈਂ ਕਿਹਾ ਮੈਂ ਇਕੱਠੀਆਂ ਕਰ ਲਵਾਂ। ਉਹਨਾਂ ਆਖਿਆ ਤੂੰ ਹੱਥ ਨਹੀਂ ਲਾਉਣਾ, ਤੂੰ ਨੀ ਹੱਥ ਲਾਉਣਾ, ਤੁਸੀਂ ਕਿਸੇ ਨੇ ਹੱਥ ਲਾਉਣਾ, ਅਸੀਂ ਆਪੇ ਇਕੱਠੀਆਂ ਕਰਕੇ ਦੇਵਾਂਗੇ। ਮੈਂ ਕਿਹਾ ਮੈਨੂੰ ਖੁਦਾ ਵਾਸਤੇ ਕਰਕੇ ਨਾ, ਤੇ ਚੱਲ ਮੈਂ ਇਕੱਠੀਆਂ ਹੀ ਕਰਕੇ ਮੈਂ ਵੇਖਾਂ ਤੇ ਸਹੀ। ਆਖਣ ਲੱਗੇ ਬੀਬੀ ਕੀ ਨਿਸ਼ਾਨੀ। ਮੈਂ ਕਿਹਾ ਕੱਪੜੇ ਹੀ ਸਾਡੇ ਨੇ, ਆ ਚਮਚੀਆਂ ਹੀ ਲੈ ਕੇ ਆਇਆ, ਆ ਸਾਰਾ ਕੁਝ ਸਾਡਾ ਹੀ ਹੈ। ਮੈਂ ਕਿਹਾ ਇਹ ਦਵਾਈ ਰੱਬ ਦੀ, ਮੈਂ ਕਿਹਾ ਕੋਈ ਨਹੀਂ ਆਈ ਸਾਡਾ। ਆਖਣ ਲੱਗੇ ਹੋਰ ਨਿਸ਼ਾਨੀ। ਮੈਂ ਕਿਹਾ ਹੱਥ 'ਚ ਕੜਾ ਸੀ, ਮੈਂ ਕਿਹਾ ਉਹ ਲੱਭੋ। ਇਹ ਮੁੰਡੇ ਨੇ ਜਰਾ ਸੋਟੀ ਆਈ ਥੱਲੇ ਕੀਤੀ, ਅਸੀਂ ਤੇ ਨਹੀਂ ਸੀ ਵਿੱਚ ਪਾਇਆ, ਉਹ ਕੜਾ ਬਾਹਰ ਆ ਗਿਆ। ਮੈਂ ਕਿਹਾ ਵੇਖ ਲਓ, ਹੋਰ ਤੇ ਇਹਦੀ ਨਿਸ਼ਾਨੀ ਤੁਹਾਨੂੰ ਹੁਣ ਕਿਹੜੀ ਦਈਏ। इतना बड़ा ज़ुल्म आपके ख़ावंद के साथ सिर्फ़ पैसों की वजह से हुआ? ਪੈਸੇ ਦੀ ਵਜ੍ਹਾ ਇਹ ਹੋਇਆ, ਪੈਸੇ, ਬਸ ਪੈਸਿਆਂ ਦੀ ਵਜ੍ਹਾ ਤੇ ਹੋਇਆ। इसके अलावा कोई पुरानी रंजिश, कोई दुश्मनी या कोई मामला नहीं है? ਦੁਸ਼ਮਣੀ ਕੋਈ ਹੁੰਦੀ ਦੱਸਣ ਤੇ ਸਹੀ, ਮੈਨੂੰ ਦੱਸ ਦੇ ਕੋਈ ਦੁਸ਼ਮਣੀ ਸੀ, ਮੈਂ ਇਹਨਾਂ ਦੀ ਪੂਰੀ, ਮੈਨੂੰ ਦੱਸ ਦੇ ਤੇ ਸਹੀ। ਕੋਈ ਦੁਸ਼ਮਣੀ ਹੁੰਦੀ ਮੈਨੂੰ ਦੱਸ ਦੇ, ਦੱਸ ਦੇ ਤੇ ਸਹੀ, ਕਿਸੇ ਨੂੰ ਦੱਸਣਾ ਚਾਹੀਦਾ ਫਲਾਣੀ ਦੁਸ਼ਮਣੀ ਹੈ। ਕੋਈ ਦੁਸ਼ਮਣੀ ਸਾਨੂੰ ਦੇ ਨਾਲ ਤੇ ਕਿਸੇ ਦੀ ਦੁਸ਼ਮਣੀ ਨਹੀਂ। वो जगह यहाँ से कितनी दूर है जहाँ आपके ख़ावंद की लाश पड़ी थी? ਉਹ ਜਗ੍ਹਾ ਇੱਥੋਂ ਥੋੜੀ ਜਿਹੀ ਆਨੇ ਨੇ ਦੂਰ ਹੈ। ਮੈਂ ਤੇ ਇੱਧਰ ਦੀ ਰਹੀ ਤੇ ਸਿਆਲਕੋਟ ਹੁੰਦੀ ਹਾਂ, ਮੈਂ ਇੰਨੀਆਂ ਜਗ੍ਹਾ ਨੇ ਨਹੀਂ ਜਾਣਦੀ। ਅਸੀਂ ਚੰਗਾ ਇੱਥੋਂ ਦੇ ਰਹਿਣ, ਅਸੀਂ ਤੇ ਸਿਆਲਕੋਟ ਕਦੋਂ ਦੇ ਤੁਰ ਗਏ। ਛੋਟੇ ਛੋਟੇ ਮੇਰੇ ਬੱਚੇ ਸੀ ਜਦੋਂ ਅਸੀਂ ਇੱਥੋਂ ਤੁਰ ਗਏ। अच्छा, आप सियालकोट होती हैं, तो जो आपके ख़ावंद हैं वो यहाँ पे काम करते थे? ਉਹ
ਲਾਹੌਰ ਕੰਮ ਲਾਹੌਰ ਜਾਣਾ ਤੇ ਲਾਹੌਰੋਂ ਰਾਹ ਚ ਲਾਇਆ ਮਰੀਜ਼ ਕੇ ਵਾਲੀ ਸੜਕ ਤੇ ਲਾਇਆ ਉਹਨੇ ਫੋਨ ਕਰਕੇ। ਉਹਨੇ ਜਾਣਾ ਤੇ ਸਾਡੇ ਘਰ ਸੀ। अभी तक कोई मुलजम नहीं पकड़ा गया। ਨਹੀਂ ਕੋਈ ਨਹੀਂ ਪਕੜਾ ਨਾ, ਹੁਣ ਉਹ ਪੈਰਵਾਈ ਨਹੀਂ ਕਰਦੇ, ਬਕਵਾਉਂਦਾ ਹੀ ਨਹੀਂ, ਕੋਈ ਪੁੱਛਦਾ ਹੀ ਨਹੀਂ। ਉਹ ਮੈਨੂੰ ਧਮਕੀ ਲਾਉਣ ਡਿਆ ਨੇ ਕਿ ਅਸੀਂ ਹੁਣ ਇਹਨੂੰ ਚੁੱਕਣਾ ਤੇ ਇਹਨੂੰ ਵੀ ਉਵੇਂ ਵੱਢ ਕੇ ਤੇ ਮਾਰਨਾ। नाज़रीन, आपने देखा है कि किस तरह ये जो हमारी गरीब बहन है, इनके खामन के साथ इतना बड़ा जुल्म किया गया। तो ये वीडियो इसलिए बनवा रही हैं, या फिर इन्होंने हमें इसलिए बुलाया है कि ये सिर्फ इंसाफ चाहती हैं। ये उन जालिमों को सज़ा दिलवाना चाहती हैं जिन्होंने इनके खामन को टुकड़े टुकड़े किया और उसकी लाश पराली से मिली। तो अभी तक मुलजमान इनके मुताबिक नहीं गिरफ्तार किए जा सके। तो हमारी आईजी पंजाब साहब से ये इल्तिजा है कि इस बहन को इंसाफ दिलाया जाए और इन जालिमों को काफ़िर किरदार तक पहुँचाया जाए, ताकि आइंदा किसी के अंदर जुर्त ना हो कि वो किसी भी बहन बेटी के साथ या फिर उसके खामद के साथ इस तरह का जुल्म करे। तो मिलते हैं अगली वीडियो में। अल्लाह हाफिज़।